ਮੈਂ ਜਿੱਥੇ ਨੌਕਰੀ ਕਰਦਾ ਸੀ ਉਸ ਹੋਟਲ ਵਿੱਚ ਇੱਕ ਖੁਫੀਆ ਕਮਰਾ ਸੀ। ਖੁਫੀਆ ਇਸ ਲਈ ਕਹਿ ਰਿਹਾ ਹਾਂ ਕਿਉਂਕਿ ਸਾਡੇ ਵਰਗੇ ਲੋਕਾਂ ਦਾ ਉੱਧਰ ਜਾਣਾ ਮਨ੍ਹਾ ਸੀ। ਜੇਕਰ ਅਸੀਂ ਗਲਤੀ ਨਾਲ ਉੱਧਰ ਚਲੇ ਜਾਂਦੇ ਤਾਂ ਕੋਈ ਨਾ ਕੋਈ ਬੰਦਾ ਸਾਨੂੰ ਵਾਪਸ ਆਉਣ ਦਾ ਇਸ਼ਾਰਾ ਕਰ ਦਿੰਦਾ ਅਤੇ ਦੂਜੀ ਵਾਰ ਉੱਧਰ ਜਾਣ ਤੋਂ ਸਖਤੀ ਨਾਲ ਮਨ੍ਹਾ ਕਰ ਦਿੱਤਾ ਜਾਂਦਾ। ਇਸ ਗੱਲ ਤੋਂ ਸਾਨੂੰ ਕੋਈ ਇਤਰਾਜ਼ ਨਹੀਂ ਸੀ ਕਿਉਂਕਿ ਸਾਡਾ ਕੰਮ ਹੋਟਲ ਵਿੱਚ ਨੌਕਰੀ ਕਰਨਾ ਸੀ, ਪਰ ਫਿਰ ਵੀ ਇੱਕ ਸ਼ੱਕ ਬੰਦੇ ਦੇ ਦਿਮਾਗ ਵਿੱਚ ਪੈਦਾ ਹੋ ਜਾਂਦਾ ਹੈ। ਹਰ ਰੋਜ਼ ਦੀ ਤਰ੍ਹਾਂ ਅੱਜ ਮੈਂ ਵੀ ਦੇਖਿਆ ਕਿ ਵੇਟਰ ਕੁਲਦੀਪ ਉਸ ਕਮਰੇ ਵੱਲ ਜਾ ਰਿਹਾ ਹੈ। ਮੇਰਾ ਦਿਲ ਕੀਤਾ ਕਿ ਮੈਂ ਉਸ ਦਾ ਪਿੱਛਾ ਕਰਾਂ ਅਤੇ ਮੈਂ ਉਸ ਦੇ ਨਾਲ ਜਾ ਕੇ ਦੇਖਾਂ ਕਿ ਆਖਿਰ ਇਸ ਕਮਰੇ ਵਿੱਚ ਅਜਿਹਾ ਕੀ ਹੈ। ਉੱਧਰ ਆਮ ਵੇਟਰਾਂ ਦਾ ਜਾਣਾ ਮਨ੍ਹਾ ਹੈ। ਇਹੀ ਸੋਚ ਕੇ ਮੈਂ ਕੁਲਦੀਪ ਦੇ ਪਿੱਛੇ ਆ ਗਿਆ। ਉਹ ਆਰਡਰ ਦੇ ਮੁਤਾਬਕ ਉਸੇ ਕਮਰੇ ਵੱਲ ਵੱਧ ਰਿਹਾ ਸੀ। ਮੈਂ ਵੀ ਉਸਦੇ ਪਿੱਛੇ ਪਿੱਛੇ ਆ ਰਿਹਾ ਸੀ। ਅਚਾਨਕ ਉਸਨੇ ਪਿੱਛੇ ਮੁੜ ਕੇ ਮੈਨੂੰ ਦੇਖ ਲਿਆ ਅਤੇ ਸਖਤੀ ਨਾਲ ਮੈਨੂੰ ਘੂਰ ਕੇ ਬੋਲਿਆ, ਆਪਣੀ ਜਾਨ ਦਾ ਦੁਸ਼ਮਣ ਕਿਉਂ ਬਣ ਰਿਹਾ ਹੈ? ਇਸ ਕਮਰੇ ਵਿੱਚ ਕੁਝ ਹੀ ਲੋਕਾਂ ਨੂੰ ਜਾਣ ਦੀ ਇਜਾਜ਼ਤ ਹੈ। ਰੱਬ ਦੇ ਵਾਸਤੇ ਇੱਥੋਂ ਚਲਾ ਜਾ, ਨਹੀਂ ਤਾਂ ਮੇਰੇ ਉੱਪਰ ਇਲਜ਼ਾਮ ਲੱਗੇਗਾ ਕਿ ਮੈਂ ਤੈਨੂੰ ਆਪਣੇ ਨਾਲ ਲੈ ਕੇ ਆਇਆ ਹਾਂ। ਉਸ ਦੀ ਗੱਲ ਸੁਣ ਕੇ ਮੈਂ ਸ਼ਰਮਿੰਦਾ ਹੋ ਗਿਆ। ਵੈਸੇ ਵੀ ਇਸ ਕਮਰੇ ਨਾਲ ਮੇਰਾ ਕੋਈ ਵਾਹ ਵਾਸਤਾ ਨਹੀਂ ਸੀ। ਮੈਂ ਵਾਪਸ ਮੁੜ ਆਇਆ। ਕਾਊਂਟਰ 'ਤੇ ਬੈਠਾ ਮੈਂ ਇਹੀ ਸੋਚ ਰਿਹਾ ਸੀ ਕਿ ਆਖਰ ਇਸ ਕਮਰੇ ਵਿੱਚ ਅਜਿਹਾ ਕੀ ਹੁੰਦਾ ਹੈ। ਉਦੋਂ ਹੀ ਬਾਹਰ ਇੱਕ ਬਹੁਤ ਸੋਹਣੀ ਕਾਲੇ ਰੰਗ ਦੀ ਕਾਰ ਆ ਕੇ ਰੁਕੀ। ਮੇਰੀਆਂ ਨਜ਼ਰਾਂ ਕਾਰ ਵੱਲ ਹੀ ਟਿਕ ਗਈਆਂ ਕਿਉਂਕਿ ਇਹ ਕਾਰ ਬਹੁਤ ਹੀ ਸੋਹਣੀ ਸੀ। ਕਾਰ ਦਾ ਦਰਵਾਜ਼ਾ ਖੁੱਲ੍ਹਿਆ ਅਤੇ ਇੱਕ ਕੁੜੀ ਬੜੀ ਸ਼ਾਨ ਨਾਲ ਚੱਲਦੀ ਹੋਈ ਹੋਟਲ ਦੇ ਅੰਦਰ ਦਾਖਲ ਹੋਈ। ਮੈਂ ਉਸ ਕੁੜੀ ਦੀ ਖੂਬਸੂਰਤੀ ਦੇਖ ਕੇ ਹੈਰਾਨ ਰਹਿ ਗਿਆ ਸੀ। ਉਹ ਬੇਹੱਦ ਖੂਬਸੂਰਤ ਸੀ। ਉਸਦੇ ਚਿਹਰੇ 'ਤੇ ਕੋਈ ਵੀ ਦਾਗ ਨਹੀਂ ਸੀ। ਉਹ ਬੇਦਾਗ ਚੰਦ ਦੀ ਤਰ੍ਹਾਂ ਸੀ। ਮੈਂ ਉਸ ਵੱਲ ਆਪਣੀਆਂ ਨਜ਼ਰਾਂ ਜਮਾਈ ਬੈਠਾ ਹੀ ਸੀ ਕਿ ਇੱਕ ਗਾਹਕ ਦਾ ਆਰਡਰ ਆਇਆ। ਮੈਂ ਆਰਡਰ ਲੈਣ ਲੱਗਿਆ। ਉਹ ਕੁੜੀ ਮੈਨੂੰ ਉਸੇ ਕਮਰੇ ਵੱਲ ਜਾਂਦੀ ਦਿਖੀ। ਮੇਰਾ ਦਿਲ ਮੁਰਝਾ ਗਿਆ। ਆਪਣੇ ਨਾਲ ਬੈਠੇ ਦੋਸਤ ਦੇ ਕੰਨ ਵਿੱਚ ਮੈਂ ਹੌਲੇ ਜਿਹੇ ਕਿਹਾ, ਇਹ ਕੁੜੀ ਉਸ ਕਮਰੇ ਵੱਲ ਜਾ ਰਹੀ ਹੈ ਜਿੱਧਰ ਸਾਡਾ ਜਾਣਾ ਮਨ੍ਹਾ ਹੈ। ਤੈਨੂੰ ਕੀ ਲੱਗਦਾ ਹੈ ਇਹ ਕੁੜੀ ਉੱਥੇ ਕਿਉਂ ਗਈ ਹੈ? ਮੇਰੀ ਗੱਲ ਸੁਣ ਕੇ ਕੁਲਦੀਪ ਨੇ ਕਿਹਾ, ਯਾਰ ਤੈਨੂੰ ਅੱਜ ਕੱਲ੍ਹ ਦੀਆਂ ਕੁੜੀਆਂ ਦਾ ਤਾਂ ਪਤਾ ਹੀ ਹੈ, ਪੈਸੇ ਅਤੇ ਮਤਲਬ ਦੀ ਖਾਤਰ ਕੁਝ ਵੀ ਕਰਨ ਨੂੰ ਤਿਆਰ ਹੋ ਜਾਂਦੀਆਂ ਹਨ। ਇਹ ਵੀ ਉਹਨਾਂ ਕੁੜੀਆਂ ਵਿੱਚੋਂ ਹੀ ਹੋਵੇਗੀ। ਵੈਸੇ ਵੀ ਤੂੰ ਇਸ ਕੁੜੀ ਨੂੰ ਪਹਿਲੀ ਵਾਰ ਵੇਖਿਆ ਹੋਵੇਗਾ, ਪਰ ਮੈਂ ਹਰ ਰੋਜ਼ ਇਸ ਕਮਰੇ ਵਿੱਚ ਇੱਕ ਕੁੜੀ ਨੂੰ ਜਾਂਦੇ ਦੇਖਦਾ ਹਾਂ। ਪਤਾ ਨਹੀਂ ਕਿੱਧਰ ਜਾਂਦੀ ਹੈ, ਕੀ ਕਰਦੀ ਹੈ। ਫਿਰ ਮੈਂ ਉਸ ਕੁੜੀ ਦਾ ਇੰਤਜ਼ਾਰ ਕਰਨ ਲੱਗਿਆ ਜੋ ਉਸ ਕਮਰੇ ਵਿੱਚ ਗਈ ਸੀ। ਉਸਦੇ ਵਾਪਸ ਆਉਣ 'ਤੇ ਉਸਦਾ ਦੀਦਾਰ ਹੋ ਜਾਣਾ ਮੇਰੇ ਲਈ ਖੁਸ਼ਕਿਸਮਤੀ ਤੋਂ ਘੱਟ ਨਹੀਂ ਸੀ। ਮੈਂ ਉਸ ਦਿਨ ਓਵਰਟਾਈਮ ਡਿਊਟੀ ਵੀ ਕਰ ਲਈ। ਮੈਂ ਚਾਹੁੰਦਾ ਸੀ ਕਿ ਇਸੇ ਤਰ੍ਹਾਂ ਇਸ ਕੁੜੀ ਦਾ ਸੋਹਣਾ ਚਿਹਰਾ ਦੇਖਣ ਨੂੰ ਮਿਲ ਜਾਵੇ, ਪਰ ਸਵੇਰ ਤੋਂ ਸ਼ਾਮ ਅਤੇ ਸ਼ਾਮ ਤੋਂ ਰਾਤ ਹੋ ਗਈ ਅਤੇ ਉਹ ਕੁੜੀ ਦੁਬਾਰਾ ਨਜ਼ਰ ਨਹੀਂ ਆਈ। ਉਹ ਕੁੜੀ ਮੇਰੇ ਲਈ ਕਿਸੇ ਸੁਪਨੇ ਤੋਂ ਘੱਟ ਨਹੀਂ ਸੀ। ਤਾਂ ਹੀ ਤਾਂ ਉਸਦਾ ਇੰਤਜ਼ਾਰ ਕਰਨ ਲੱਗ ਗਿਆ, ਪਰ ਉਸਨੂੰ ਆਉਣਾ ਨਹੀਂ ਸੀ ਅਤੇ ਉਹ ਨਹੀਂ ਆਈ। ਮੇਰੇ ਦੋਸਤ ਕੁਲਦੀਪ ਨੂੰ ਵੀ ਮੇਰੇ ਦਿਲ ਦੀ ਹਾਲਤ ਦਾ ਅੰਦਾਜ਼ਾ ਸੀ। ਉਹ ਕਹਿਣ ਲੱਗਿਆ ਕਿ ਮੈਂ ਜਾਣਦਾ ਹਾਂ ਤੂੰ ਉਸ ਕੁੜੀ ਦਾ ਇੰਤਜ਼ਾਰ ਕਰ ਰਿਹਾ ਹੈ, ਪਰ ਕੀ ਤੈਨੂੰ ਪਤਾ ਹੈ ਜਿਹੜੀ ਕੁੜੀ ਇੱਕ ਵਾਰ ਉਸ ਕਮਰੇ ਵਿੱਚ ਚਲੀ ਜਾਵੇ ਉਹ ਵਾਪਸ ਨਹੀਂ ਆਉਂਦੀ। ਉਸ ਦਾ ਇੰਤਜ਼ਾਰ ਕਰਨਾ ਬੇਕਾਰ ਹੈ। ਕੁਲਦੀਪ ਦੀ ਗੱਲ ਸੁਣ ਕੇ ਮੈਂ ਉਦਾਸ ਹੋ ਗਿਆ, ਪਰ ਮੇਰੇ ਦਿਲ ਵਿੱਚ ਇੱਕ ਉਮੀਦ ਸੀ ਕਿ ਉਹ ਮੈਨੂੰ ਇੱਕ ਦਿਨ ਜ਼ਰੂਰ ਮਿਲੇਗੀ। ਮੈਂ ਸੋਚਣ ਲੱਗਿਆ ਕਿ ਸ਼ਾਇਦ ਉਹ ਦੂਸਰੇ ਦਰਵਾਜ਼ੇ ਤੋਂ ਚਲੀ ਗਈ ਹੋਵੇ ਅਤੇ ਕੱਲ੍ਹ ਦੁਬਾਰਾ ਵਾਪਸ ਆ ਜਾਵੇ। ਸਾਡੇ ਇਲਾਕੇ ਵਿੱਚ ਜ਼ਿਆਦਾਤਰ ਲੋਕ ਘੁੰਮਣ ਫਿਰਨ ਲਈ ਆਉਂਦੇ ਸਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਬਾਹਰਲੇ ਦੇਸ਼ਾਂ ਦੇ ਜੋੜੇ ਸ਼ਾਮਲ ਹੁੰਦੇ ਸਨ। ਮੈਂ ਅਗਲੇ ਦਿਨ ਦਾ ਇੰਤਜ਼ਾਰ ਕਰਨ ਲੱਗਿਆ, ਸ਼ਾਇਦ ਉਹ ਕਿਸੇ ਹੋਰ ਮੁਲਕ ਦੀ ਹੋਵੇ। ਇਹੀ ਸੋਚ ਕੇ ਮੇਰੀਆਂ ਉਮੀਦਾਂ ਵੱਧ ਗਈਆਂ। ਠੀਕ ਉਸੇ ਟਾਈਮ ਦਿਨ ਦੇ 12 ਵਜੇ ਇੱਕ ਕਾਲੇ ਰੰਗ ਦੀ ਕਾਰ ਹੋਟਲ ਦੇ ਮੇਨ ਗੇਟ ਦੇ ਅੱਗੇ ਆ ਕੇ ਰੁਕੀ। ਮੇਰੀ ਖੁਸ਼ੀ ਦਾ ਤਾਂ ਟਿਕਾਣਾ ਹੀ ਨਹੀਂ ਰਿਹਾ ਸੀ। ਕਾਰ ਵਿੱਚੋਂ ਇੱਕ ਕੁੜੀ ਨਿਕਲੀ ਜੋ ਕਿ ਉਸੇ ਕੱਦ ਕਾਠੀ ਦੀ ਸੀ। ਮੇਰੀ ਖੁਸ਼ੀ ਦਾ ਤਾਂ ਟਿਕਾਣਾ ਹੀ ਨਹੀਂ ਰਿਹਾ ਸੀ। ਮੈਂ ਸਮਝ ਗਿਆ ਸੀ ਕਿ ਇਹ ਉਹੀ ਕੁੜੀ ਹੈ, ਪਰ ਇਹ ਕੀ, ਉਸਨੇ ਤਾਂ ਆਪਣਾ ਚਿਹਰਾ ਹੀ ਢੱਕਿਆ ਹੋਇਆ ਸੀ। ਉਹ ਕਾਲੇ ਬੁਰਕੇ ਵਿੱਚ ਛੁਪੀ ਹੋਈ ਸੀ ਅਤੇ ਉਸਨੇ ਸਿਰ ਵੀ ਢੱਕਿਆ ਹੋਇਆ ਸੀ, ਜਿਸ ਕਰਕੇ ਮੈਂ ਉਸਦਾ ਚਿਹਰਾ ਨਾ ਦੇਖ ਸਕਿਆ। ਪਰ ਦਿਲ ਵਿੱਚ ਖੁਸ਼ੀ ਬਹੁਤ ਸੀ ਕਿ ਉਹ ਕੁੜੀ ਕਿਤੇ ਨਹੀਂ ਗਈ, ਬਲਕਿ ਇਸ ਹੋਟਲ ਵਿੱਚ ਦੁਬਾਰਾ ਆਈ ਹੈ। ਮੈਂ ਕੁਲਦੀਪ ਨੂੰ ਵੀ ਉਸ ਵੱਲ ਵੇਖਣ ਲਈ ਕਿਹਾ। ਉਹ ਕਹਿਣ ਲੱਗਿਆ ਕਿ ਤੈਨੂੰ ਗਲਤਫਹਿਮੀ ਹੋਈ ਹੈ, ਇਹ ਕੋਈ ਹੋਰ ਕੁੜੀ ਵੀ ਹੋ ਸਕਦੀ ਹੈ। ਉਸਨੇ ਤਾਂ ਆਪਣਾ ਚਿਹਰਾ ਵੀ ਢੱਕਿਆ ਹੋਇਆ ਹੈ ਅਤੇ ਤੂੰ ਇਸ ਹੋਟਲ ਵਿੱਚ ਆਉਣ ਵਾਲੀਆਂ ਕੁੜੀਆਂ ਉੱਤੇ ਆਪਣਾ ਦਿਲ ਨਾ ਲਗਾ। ਇੱਥੇ ਤਾਂ ਅਵਾਰਾ ਅਤੇ ਅਯਾਸ਼ੀ ਕਰਨ ਵਾਲੀਆਂ ਕੁੜੀਆਂ ਆਉਂਦੀਆਂ ਹਨ। ਤੂੰ ਤਾਂ ਇੱਕ ਸ਼ਰੀਫ ਘਰ ਦਾ ਮੁੰਡਾ ਹੈ। ਕੁਲਦੀਪ ਦੀਆਂ ਗੱਲਾਂ ਮੈਨੂੰ ਚੁੱਭ ਰਹੀਆਂ ਸਨ, ਪਰ ਉਹ ਠੀਕ ਕਹਿੰਦਾ ਸੀ। ਭਲਾ ਇੱਕ ਹੋਟਲ ਦੇ ਕਮਰੇ ਵਿੱਚ ਇੱਕ ਇਕੱਲੀ ਕੁੜੀ ਦਾ ਕੀ ਕੰਮ? ਮੈਂ ਉਸ ਕੁੜੀ ਨੂੰ ਵੇਖਣਾ ਚਾਹੁੰਦਾ ਸੀ। ਜਦੋਂ ਉਹ ਅੰਦਰ ਵੱਲ ਜਾਣ ਲੱਗੀ, ਮੈਂ ਉਸ ਦਾ ਪਿੱਛਾ ਕੀਤਾ। ਪਤਾ ਨਹੀਂ ਕਿਹੜੀ ਚੀਜ਼ ਮੈਨੂੰ ਉਸ ਵੱਲ ਖਿੱਚ ਰਹੀ ਸੀ। ਕੁਲਦੀਪ ਨੇ ਮੈਨੂੰ ਮਨ੍ਹਾ ਵੀ ਕੀਤਾ ਕਿ ਜੇਕਰ ਤੈਨੂੰ ਮਾਲਕ ਦੇ ਉਸ ਖਾਸ ਵੇਟਰ ਨੇ ਦੇਖ ਲਿਆ
ਤਾਂ ਉਹ ਤੇਰੀ ਚੰਗੀ ਤਰ੍ਹਾਂ ਕਲਾਸ ਲਗਾਏਗਾ। ਗੱਡੀ ਵਿੱਚੋਂ ਨਿਕਲਣ ਵਾਲੀਆਂ ਕੁੜੀਆਂ ਨੂੰ ਉਸ ਮੁੰਡੇ ਦੇ ਨਾਲ ਕੁਲਦੀਪ ਹੀ ਅੰਦਰ ਕਮਰੇ ਤੱਕ ਲੈ ਕੇ ਜਾਂਦਾ ਸੀ। ਪਰ ਉਸ ਦਿਨ ਮੈਥੋਂ ਸਬਰ ਨਹੀਂ ਹੋਇਆ। ਮੈਂ ਉਸ ਕੁੜੀ ਦੇ ਪਿੱਛੇ ਪਿੱਛੇ ਤੁਰ ਪਿਆ। ਮੈਂ ਉਸ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਹੋਰ ਤੇਜ਼-ਤੇਜ਼ ਤੁਰਨ ਲੱਗੀ। ਉਸ ਦਾ ਬੁਰਕਾ ਉਸਦੇ ਪੈਰਾਂ ਵਿੱਚ ਫਸ ਰਿਹਾ ਸੀ। ਉਹ ਬਹੁਤ ਪਰੇਸ਼ਾਨ ਲੱਗ ਰਹੀ ਸੀ। ਸ਼ਾਇਦ ਮੇਰਾ ਬੁਲਾਣਾ ਉਸਨੂੰ ਚੰਗਾ ਨਹੀਂ ਲੱਗਿਆ, ਪਰ ਮੇਰਾ ਦਿਲ ਕਹਿ ਰਿਹਾ ਸੀ ਇਹ ਉਹੀ ਕੁੜੀ ਹੈ। ਮੈਂ ਅੱਗੇ ਵੱਧ ਕੇ ਉਸਦਾ ਰਸਤਾ ਰੋਕ ਲਿਆ, ਪਰ ਇਹ ਦੇਖ ਕੇ ਮੇਰੀਆਂ ਅੱਖਾਂ ਫਟੀਆਂ ਰਹਿ ਗਈਆਂ, ਕਿਉਂਕਿ ਇਹ ਉਹ ਕੁੜੀ ਨਹੀਂ ਸੀ, ਸਗੋਂ ਮੇਰੀ ਆਪਣੀ ਸਕੀ ਭੈਣ ਸੀ। ਤੂੰ ਇੱਥੇ ਕਿਵੇਂ ਆਈ? ਮੈਂ ਉਸਨੂੰ ਹੈਰਾਨੀ ਨਾਲ ਪੁੱਛਿਆ। ਉਸਨੇ ਮੇਰੀ ਗੱਲ ਦਾ ਕੋਈ ਜਵਾਬ ਨਹੀਂ ਦਿੱਤਾ। ਉਸੇ ਸਮੇਂ ਉੱਥੇ ਮਾਲਕ ਦਾ ਖਾਸ ਵੇਟਰ ਆ ਗਿਆ ਅਤੇ ਮੈਨੂੰ ਗੁੱਸੇ ਭਰੀਆਂ ਨਜ਼ਰਾਂ ਨਾਲ ਵੇਖ ਕੇ ਬੋਲਿਆ, ਤੂੰ ਕੀ ਕਰ ਰਿਹਾ ਹੈ? ਮਾਲਕ ਨੂੰ ਤੇਰੀ ਸ਼ਿਕਾਇਤ ਕਰਾਂਗਾ। ਅੱਜ ਕੱਲ੍ਹ ਤੂੰ ਇਸ ਕਮਰੇ ਕੋਲ ਕੁਝ ਜ਼ਿਆਦਾ ਹੀ ਮੰਡਰਾਉਣ ਲੱਗ ਗਿਆ ਹੈ। ਤੇਰਾ ਇਲਾਜ ਕਰਨਾ ਪਏਗਾ। ਉਸਨੇ ਮੈਨੂੰ ਆਕੜ ਦਿਖਾਈ, ਪਰ ਮੈਨੂੰ ਕੋਈ ਫਰਕ ਨਹੀਂ ਪਿਆ, ਕਿਉਂਕਿ ਮੇਰੀ ਆਪਣੀ ਸਕੀ ਭੈਣ ਅੱਜ ਉਸ ਕਮਰੇ ਵਿੱਚ ਜਾ ਰਹੀ ਸੀ। ਮੈਥੋਂ ਸਬਰ ਨਹੀਂ ਹੋ ਰਿਹਾ ਸੀ। ਮੈਂ ਉਸ ਕਮਰੇ ਵਿੱਚੋਂ ਆਪਣੀ ਭੈਣ ਨੂੰ ਖਿੱਚ ਕੇ ਬਾਹਰ ਲੈ ਕੇ ਆਉਣਾ ਚਾਹੁੰਦਾ ਸੀ, ਕਿਉਂਕਿ ਜੋ ਵੀ ਕੁੜੀ ਇਸ ਕਮਰੇ ਵਿੱਚ ਗਈ ਉਹ ਅੱਜ ਤੱਕ ਵਾਪਸ ਨਹੀਂ ਆਈ। ਪਰ ਮੈਂ ਕਿਸੇ ਨੂੰ ਦੱਸ ਵੀ ਨਹੀਂ ਸਕਦਾ ਸੀ ਕਿ ਮੇਰੀ ਭੈਣ ਇਸ ਹੋਟਲ ਦੇ ਉਸ ਖੂਫੀਆ ਕਮਰੇ ਵਿੱਚ ਗਈ ਹੈ। ਆਖਿਰ ਇਹ ਮੇਰੀ ਇੱਜ਼ਤ ਦਾ ਸਵਾਲ ਸੀ। ਮੈਂ ਕਿਸੇ ਤੋਂ ਮਦਦ ਵੀ ਨਹੀਂ ਮੰਗ ਸਕਦਾ ਸੀ। ਮੈਂ ਸਿਰ ਝੁਕਾ ਕੇ ਉੱਥੋਂ ਵਾਪਸ ਆ ਗਿਆ, ਕਿਉਂਕਿ ਉਸ ਸਮੇਂ ਸਿਕਿਉਰਿਟੀ ਗਾਰਡ ਉੱਥੇ ਖੜਾ ਮੈਨੂੰ ਵੇਖ ਰਿਹਾ ਸੀ। ਹੋਟਲ ਦੀ ਇੰਨੀ ਵੱਡੀ ਮੈਨੇਜਮੈਂਟ ਨਾਲ ਪੰਗਾ ਲੈਣਾ ਮੇਰੇ ਵੱਸ ਦੀ ਗੱਲ ਨਹੀਂ ਸੀ। ਫਿਰ ਮੈਂ ਚੁੱਪਚਾਪ ਕਾਊਂਟਰ 'ਤੇ ਵਾਪਸ ਕੁਲਦੀਪ ਕੋਲ ਆ ਕੇ ਬੈਠ ਗਿਆ। ਕੁਲਦੀਪ ਨੇ ਕਿਹਾ, ਹੋ ਗਏ ਦਰਸ਼ਨ ਭਾਬੀ ਦੇ? ਮੇਰੇ ਕੋਲ ਕੋਈ ਜਵਾਬ ਨਹੀਂ ਸੀ। ਨਹੀਂ ਯਾਰ, ਇੱਕ ਬਹੁਤ ਵੱਡੀ ਦਿੱਕਤ ਹੋ ਗਈ ਹੈ। ਮੈਂ ਕੁਲਦੀਪ ਨੂੰ ਸਾਰੀ ਕਹਾਣੀ ਦੱਸਣ ਦਾ ਫੈਸਲਾ ਕੀਤਾ, ਕਿਉਂਕਿ ਕੁਲਦੀਪ ਨੂੰ ਦੱਸੇ ਬਗੈਰ ਭੈਣ ਨੂੰ ਬਚਾਉਣ ਦਾ ਹੋਰ ਕੋਈ ਰਸਤਾ ਨਹੀਂ ਸੀ। ਕੁਲਦੀਪ ਹੀ ਸੀ ਜੋ ਮੇਰੀ ਮਦਦ ਕਰ ਸਕਦਾ ਸੀ। ਉਹ ਕਮਰਾ ਜਿੱਥੇ ਮੇਰੀ ਭੈਣ ਗਈ ਸੀ, ਉਸ ਦੇ ਬਾਰੇ ਵਿੱਚ ਕਿਸੇ ਵੀ ਵੇਟਰ ਦੀ ਚੰਗੀ ਰਾਏ ਨਹੀਂ ਸੀ। ਮੈਨੂੰ ਘਬਰਾਹਟ ਹੋ ਰਹੀ ਸੀ। ਆਪਣੀ ਭੈਣ ਬਾਰੇ ਸੋਚ-ਸੋਚ ਕੇ ਮੇਰਾ ਮਨ ਬੇਚੈਨ ਹੋ ਰਿਹਾ ਸੀ। ਆਖਰ ਉਸ ਬੰਦ ਕਮਰੇ ਵਿੱਚ ਮੇਰੀ ਭੈਣ ਨਾਲ ਕੀ ਹੋ ਰਿਹਾ ਹੋਵੇਗਾ? ਥੋੜ੍ਹੀ ਦੇਰ ਬਾਅਦ ਕੁਲਦੀਪ ਨੇ ਮਾਲਕ ਦੇ ਉਸ ਖਾਸ ਵੇਟਰ ਨੂੰ ਪਤਾ ਨਹੀਂ ਕੀ ਕਿਹਾ ਕਿ ਉਸ ਨੂੰ ਤਰਸ ਆ ਗਿਆ। ਸ਼ਾਇਦ ਉਹ ਵੀ ਧੀਆਂ ਭੈਣਾਂ ਵਾਲਾ ਸੀ, ਇਸ ਲਈ ਮੇਰੀ ਮਜਬੂਰੀ ਸਮਝ ਗਿਆ ਸੀ। ਪਰ ਅਸੀਂ ਸਭ ਉੱਥੇ ਵੇਟਰ ਸੀ, ਇੱਕ ਹੱਦ ਤੋਂ ਜ਼ਿਆਦਾ ਇੱਕ ਦੂਜੇ ਦੀ ਮਦਦ ਵੀ ਨਹੀਂ ਕਰ ਸਕਦੇ ਸੀ। ਉਸਨੇ ਮੈਨੂੰ ਇਜਾਜ਼ਤ ਤਾਂ ਦੇ ਦਿੱਤੀ ਸੀ, ਪਰ ਸਿਰਫ ਅਤੇ ਸਿਰਫ ਮੇਰੇ ਆਪਣੇ ਰਿਸਕ 'ਤੇ। ਮੈਂ ਫੌਰਨ ਉਸ ਕਮਰੇ ਵੱਲ ਵਧਿਆ। ਮੇਰੇ ਖਿਆਲ ਨਾਲ ਤਾਂ ਉਸ ਕਮਰੇ ਨੂੰ ਅੰਦਰ ਤੋਂ ਬੰਦ ਹੋਣਾ ਚਾਹੀਦਾ ਸੀ, ਪਰ ਮੈਂ ਜਿਵੇਂ ਹੀ ਚਾਬੀ ਘੁਮਾਈ ਤਾਂ ਦੇਖਿਆ ਕਿ ਕਮਰੇ ਦਾ ਦਰਵਾਜ਼ਾ ਆਸਾਨੀ ਨਾਲ ਖੁੱਲ੍ਹ ਗਿਆ। ਪਰ ਜ਼ੋਰ ਨਾਲ ਧੜਕਦੇ ਹੋਏ ਦਿਲ ਨਾਲ ਜਿਵੇਂ ਹੀ ਮੈਂ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਤਾਂ ਦੇਖਿਆ ਕਿ ਕਮਰਾ ਖਾਲੀ ਹੈ। ਕਮਰੇ ਵਿੱਚ ਲੱਗੇ ਹੋਏ ਮਖਮਲੀ ਪਰਦੇ ਸਰ-ਸਰ ਕਰ ਰਹੇ ਸਨ ਅਤੇ ਇਸ ਕਮਰੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਹਰਕਤ ਨਹੀਂ ਸੀ। ਮੈਨੂੰ ਬਹੁਤ ਅਜੀਬ ਲੱਗਿਆ। ਹੁਣੇ ਤਾਂ ਮੇਰੀ ਭੈਣ ਇਸ ਕਮਰੇ ਵਿੱਚ ਆਈ ਸੀ, ਅਚਾਨਕ ਉਹ ਕਿੱਥੇ ਚਲੀ ਗਈ? ਇਹੀ ਸੋਚ-ਸੋਚ ਕੇ ਮੇਰਾ ਦਿਮਾਗ ਫਟ ਰਿਹਾ ਸੀ। ਮੈਂ ਬਾਥਰੂਮ ਵਿੱਚ, ਬੈੱਡ ਦੇ ਨੀਚੇ ਅਤੇ ਕਮਰੇ ਦੀਆਂ ਅਲਮਾਰੀਆਂ ਵਿੱਚ ਚੰਗੀ ਤਰ੍ਹਾਂ ਦੇਖਿਆ, ਪਰ ਮੇਰੀ ਭੈਣ ਕਿਤੇ ਨਹੀਂ ਸੀ। ਉਹ ਉੱਥੇ ਹੁੰਦੀ ਤਾਂ ਮਿਲਦੀ। ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਕੀ ਕਰਾਂ। ਇੰਨੇ ਵਿੱਚ ਬਾਹਰ ਤੋਂ ਕਿਸੇ ਦੇ ਪੈਰਾਂ ਦੀ ਆਵਾਜ਼ ਆਈ। ਇਹ ਉਹੀ ਮੁੰਡਾ ਸੀ ਜੋ ਮੈਨੂੰ ਬਾਹਰ ਆਉਣ ਦਾ ਇਸ਼ਾਰਾ ਕਰ ਰਿਹਾ ਸੀ। ਮਜਬੂਰਨ ਮੈਂ ਉਸ ਕਮਰੇ ਵਿੱਚੋਂ ਬਾਹਰ ਨਿਕਲ ਆਇਆ। ਬਾਹਰ ਨਿਕਲਦੇ ਹੀ ਮੈਂ ਉਸ ਮੁੰਡੇ ਨੂੰ ਪੁੱਛਿਆ, ਤੂੰ ਇਸ ਕਮਰੇ ਵਿੱਚ ਕੀ ਕਰਨ ਆਉਂਦਾ ਸੀ? ਇਹ ਕਮਰਾ ਤਾਂ ਖਾਲੀ ਹੈ, ਇਸ ਦੇ ਅੰਦਰ ਤਾਂ ਕੋਈ ਨਹੀਂ ਹੈ। ਉਸਨੇ ਕਿਹਾ, ਮੈਂ ਤਾਂ ਇੱਥੇ ਸ਼ਰਬਤ ਦੇਣ ਆਉਂਦਾ ਸੀ। 2 ਗਿਲਾਸ ਸ਼ਰਬਤ ਦੇ ਮੈਨੂੰ ਦਿੱਤੇ ਜਾਂਦੇ ਸਨ, ਉਹੀ ਇਸ ਕਮਰੇ ਵਿੱਚ ਪਹੁੰਚਾਉਂਦਾ ਸੀ। ਇੱਕ ਔਰਤ ਮੇਰੇ ਤੋਂ ਗਲਾਸ ਲੈ ਲੈਂਦੀ ਅਤੇ ਮੈਂ ਵਾਪਸ ਆ ਜਾਂਦਾ। ਮੈਨੂੰ ਨਹੀਂ ਪਤਾ ਇੱਥੇ ਕੀ ਹੁੰਦਾ ਹੈ। ਉਸ ਦੀ ਗੱਲ ਸੁਣ ਕੇ ਮੈਂ ਹੈਰਾਨ ਰਹਿ ਗਿਆ। ਮੈਨੂੰ ਸਮਝ ਨਹੀਂ ਆ ਰਿਹਾ ਸੀ ਆਖਿਰ ਮੇਰੀ ਭੈਣ ਇਸ ਕਮਰੇ ਵਿੱਚੋਂ ਕਿੱਥੇ ਗਈ। ਇਸ ਤੋਂ ਪਹਿਲਾਂ ਕਿ ਅਸੀਂ ਉੱਥੋਂ ਵਾਪਸ ਜਾਂਦੇ, ਮੈਨੂੰ ਕਮਰੇ ਦੇ ਫਰਸ਼ 'ਤੇ ਵਿਛੇ ਕਾਲੀਨ ਵਿੱਚ ਕੁਝ ਹਰਕਤ ਮਹਿਸੂਸ ਹੋਈ। ਮੈਂ ਕਮਰੇ ਅੰਦਰ ਦੁਬਾਰਾ ਵਾਪਸ ਜਾਣ ਹੀ ਲੱਗਾ ਸੀ ਕਿ ਉਸ ਮੁੰਡੇ ਨੇ ਮੈਨੂੰ ਰੋਕ ਦਿੱਤਾ। ਫਿਰ ਇੱਕਦਮ ਕਮਰੇ ਦੀ ਲਾਈਟ ਬੰਦ ਹੋ ਗਈ। ਸਾਨੂੰ ਉੱਥੋਂ ਵਾਪਸ ਆਉਣਾ ਪਿਆ। ਇਹ ਥਾਂ ਖਤਰਨਾਕ ਸੀ। ਇੱਥੇ ਜਾਣਾ ਆਸਾਨ ਗੱਲ ਨਹੀਂ ਸੀ, ਪਰ ਇਹ ਮੁੰਡਾ ਮੇਰੀ ਮਜਬੂਰੀ ਸਮਝਦਾ ਸੀ। ਉਸਨੇ ਇੱਕ ਸਿਕਿਉਰਿਟੀ ਗਾਰਡ ਜੋ ਉਸ ਦਾ ਦੋਸਤ ਸੀ, ਉਸ ਨੂੰ ਸਾਰੀ ਗੱਲ ਸਮਝਾਈ। ਉਹ ਸਿਕਿਉਰਿਟੀ ਗਾਰਡ ਇੱਕ ਬਜ਼ੁਰਗ ਆਦਮੀ ਸੀ। ਉਹ ਸਾਡੀ ਮਜਬੂਰੀ ਸਮਝ ਗਿਆ। ਉਹ ਵੀ ਮੇਰੀ ਮਦਦ ਕਰਨ ਲਈ ਮੰਨ ਗਿਆ। ਉਸਨੇ ਕਿਹਾ, ਮੈਂ ਤੈਨੂੰ ਉੱਥੇ ਜਾਣ ਦੀ ਇਜਾਜ਼ਤ ਦੇ ਦੇਵਾਂਗਾ। ਤੂੰ ਉਸ ਕਮਰੇ ਵਿੱਚ ਜਾ ਕੇ ਜੋ ਚਾਹੇ ਕਰ, ਚੰਗੀ ਤਰ੍ਹਾਂ ਆਪਣੀ ਤਸੱਲੀ ਕਰ ਲੈ। ਪਰ ਇਸ ਕਮਰੇ ਵਿੱਚ ਜੋ ਵੀ ਕੁੜੀ ਗਈ ਹੈ, ਉਹ ਦੁਬਾਰਾ ਕਦੇ ਬਾਹਰ ਨਹੀਂ ਆਈ। ਉਸ ਕਮਰੇ ਬਾਰੇ ਅਜੀਬ ਤਰ੍ਹਾਂ ਦੀਆਂ ਗੱਲਾਂ ਮਸ਼ਹੂਰ ਹਨ, ਪਰ ਤੇਰੇ ਮੁਤਾਬਕ ਜੇਕਰ ਉਹ ਕਮਰਾ ਖਾਲੀ ਸੀ ਤਾਂ ਇਸ ਗੱਲ ਦਾ ਯਕੀਨ ਖੁਦ ਵੀ ਕਰ ਲੈ।
ਹੋ ਸਕਦਾ ਹੈ ਤੇਰੀ ਭੈਣ ਕਿਸੇ ਦੂਸਰੇ ਕਮਰੇ ਵਿੱਚ ਗਈ ਹੋਵੇ। ਉਸ ਦੀ ਗੱਲ ਸੁਣ ਕੇ ਮੈਨੂੰ ਗੁੱਸਾ ਤਾਂ ਬਹੁਤ ਆਇਆ, ਪਰ ਮੈਂ ਚੁੱਪ ਰਹਿ ਗਿਆ। ਮੈਨੂੰ ਆਪਣੀ ਭੈਣ 'ਤੇ ਪੂਰਾ ਭਰੋਸਾ ਸੀ। ਉਹ ਕਦੇ ਵੀ ਆਪਣੇ ਮਾਂ-ਬਾਪ ਦੀ ਇੱਜ਼ਤ ਨੂੰ ਦਾਗ ਨਹੀਂ ਲਗਾ ਸਕਦੀ ਸੀ। ਪਰ ਉਸ ਦੀ ਇਸ ਹਰਕਤ ਨੇ ਮੈਨੂੰ ਆਪਣੇ ਦੋਸਤਾਂ ਦੇ ਸਾਹਮਣੇ ਸ਼ਰਮਿੰਦਾ ਕਰ ਦਿੱਤਾ ਸੀ। ਪਰ ਉਹ ਮੇਰੀ ਭੈਣ ਸੀ, ਮੈਂ ਉਸ ਨੂੰ ਇਸ ਤਰ੍ਹਾਂ ਨਹੀਂ ਛੱਡ ਸਕਦਾ ਸੀ। ਮੇਰੇ ਮਾਂ-ਬਾਪ ਉਸ ਦੇ ਘਰ ਤੋਂ ਗਾਇਬ ਹੋਣ ਕਰਕੇ ਬਹੁਤ ਪਰੇਸ਼ਾਨ ਸਨ। ਉਹ ਤਾਂ ਥਾਣੇ ਤੱਕ ਜਾਣਾ ਚਾਹੁੰਦੇ ਸਨ, ਪਰ ਮੈਂ ਉਹਨਾਂ ਨੂੰ ਤਸੱਲੀ ਦਿੱਤੀ ਕਿ ਮੈਂ ਆਪਣੀ ਭੈਣ ਨੂੰ ਖੁਦ ਲੱਭ ਕੇ ਲਿਆਵਾਂਗਾ। ਬਾਪੂ ਜੀ ਨੂੰ ਤਾਂ ਮੈਂ ਸਮਝਾ ਵੀ ਦਿੱਤਾ ਸੀ ਕਿ ਹੋਟਲ ਵਿੱਚ ਕੁਝ ਅਜਿਹੇ ਲੋਕ ਹਨ ਜੋ ਮੇਰੀ ਮਦਦ ਕਰ ਸਕਦੇ ਹਨ। ਮੈਂ ਉਸ ਸਿਕਿਉਰਿਟੀ ਗਾਰਡ ਦੀ ਮਦਦ ਨਾਲ ਉਸ ਦਰਵਾਜ਼ੇ ਤੱਕ ਪਹੁੰਚਣ ਵਿੱਚ ਦੁਬਾਰਾ ਕਾਮਯਾਬ ਹੋ ਗਿਆ। ਮੈਨੂੰ ਪੂਰਾ ਯਕੀਨ ਸੀ ਕਿ ਉਸ ਕਾਲੀਨ ਦੇ ਨੀਚੇ ਜ਼ਰੂਰ ਅਜਿਹੀ ਕੋਈ ਚੀਜ਼ ਹੋਵੇਗੀ ਜਿਸ ਵਿੱਚ ਮੇਰੀ ਭੈਣ ਦੀ ਗੁੰਮਸ਼ੁਦਗੀ ਦਾ ਰਾਜ਼ ਛੁਪਿਆ ਹੈ। ਮੈਂ ਰੱਬ ਦਾ ਨਾਮ ਲੈ ਕੇ ਉਸ ਕਮਰੇ ਅੰਦਰ ਦਾਖਲ ਹੋ ਗਿਆ। ਜਦੋਂ ਮੈਂ ਕਮਰੇ ਵਿੱਚ ਪਿਆ ਮੋਟਾ ਕਾਲੀਨ ਇੱਕ ਪਾਸੇ ਹਟਾਇਆ ਤਾਂ ਮੇਰੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ। ਮੈਂ ਵੇਖਿਆ ਫਰਸ਼ 'ਤੇ ਇੱਕ ਲੋਹੇ ਦਾ ਦਰਵਾਜ਼ਾ ਬਣਿਆ ਹੋਇਆ ਸੀ। ਮੈਂ ਆਪਣੇ ਦੋਵੇਂ ਹੱਥਾਂ ਨਾਲ ਉਸ ਨੂੰ ਹੌਲੀ-ਹੌਲੀ ਖੋਲ੍ਹਿਆ ਅਤੇ ਨੀਚੇ ਬਣੀਆਂ ਹੋਈਆਂ ਪੌੜੀਆਂ 'ਤੇ ਪੈਰ ਰੱਖਿਆ। ਮੈਂ ਸਮਝ ਚੁੱਕਾ ਸੀ ਕਿ ਹੋਟਲ ਦੇ ਇਸ ਕਮਰੇ ਵਿੱਚ ਕਿਸੇ ਤਹਿਖਾਨੇ ਦਾ ਰਸਤਾ ਹੈ। ਮੈਂ ਫਟਾਫਟ ਪੌੜੀਆਂ ਤੋਂ ਨੀਚੇ ਉਤਰਿਆ ਕਿਉਂਕਿ ਮੈਂ ਜਲਦੀ ਤੋਂ ਜਲਦੀ ਹਕੀਕਤ ਤੱਕ ਪਹੁੰਚਣਾ ਚਾਹੁੰਦਾ ਸੀ। ਅੰਦਰ ਜਾਂਦੇ ਹੀ ਮੈਂ ਕੁਝ ਅਜਿਹਾ ਦੇਖਿਆ ਜਿਸ ਨੂੰ ਦੇਖ ਕੇ ਮੇਰੇ ਹੋਸ਼ ਉੱਡ ਗਏ। ਅੰਦਰ ਇੱਕ ਪੂਰੀ ਦੁਨੀਆ ਵਸੀ ਹੋਈ ਸੀ। ਚਾਰੇ ਪਾਸੇ ਖੂਬਸੂਰਤ ਕਮਰੇ ਬਣੇ ਹੋਏ ਸਨ। ਇਸ ਜਗ੍ਹਾ ਨੂੰ ਵੇਖ ਕੇ ਇੰਜ ਲੱਗ ਰਿਹਾ ਸੀ ਕਿ ਇੱਥੇ ਰਹਿਣ ਵਾਲੇ ਲੋਕ ਕਿਸੇ ਦੂਜੀ ਦੁਨੀਆ ਤੋਂ ਆਏ ਹੋਏ ਹਨ। ਚਾਰੇ ਪਾਸੇ ਖੂਬਸੂਰਤੀ ਹੀ ਖੂਬਸੂਰਤੀ ਸੀ। ਤਲਾਬ ਕੋਲ ਬੈਠੀਆਂ ਕੁੜੀਆਂ ਬਹੁਤ ਸੋਹਣੀਆਂ ਲੱਗ ਰਹੀਆਂ ਸਨ। ਉਹਨਾਂ ਦੀ ਗਿਣਤੀ 10 ਤੋਂ 12 ਦੇ ਕਰੀਬ ਹੋਵੇਗੀ, ਜਦੋਂ ਕਿ ਕੁਲਦੀਪ ਦੇ ਮੁਤਾਬਕ 50 ਦੇ ਕਰੀਬ ਕੁੜੀਆਂ ਹੋਟਲ ਦੇ ਕਮਰੇ ਵਿੱਚ ਆ ਕੇ ਗਾਇਬ ਹੋਈਆਂ ਸਨ। ਮੈਂ ਆਪਣੀ ਭੈਣ ਨੂੰ ਲੱਭਣਾ ਸੀ, ਪਰ ਹਾਲੇ ਮੈਂ ਹੈਰਾਨ ਪਰੇਸ਼ਾਨ ਖੜਿਆ ਉਸ ਮਹਿਲ ਵਰਗੇ ਤਹਿਖਾਨੇ ਨੂੰ ਦੇਖ ਹੀ ਰਿਹਾ ਸੀ ਕਿ ਮੈਨੂੰ ਆਪਣੇ ਪਿੱਛੇ ਕਿਸੇ ਦੇ ਖੜੇ ਹੋਣ ਦਾ ਅਹਿਸਾਸ ਹੋਇਆ। ਇਸ ਤੋਂ ਪਹਿਲਾਂ ਕਿ ਮੈਂ ਪਿੱਛੇ ਮੁੜ ਕੇ ਦੇਖ ਪਾਉਂਦਾ, ਕਿਸੇ ਨੇ ਮੇਰੇ ਸਿਰ 'ਤੇ ਕੋਈ ਭਾਰੀ ਚੀਜ਼ ਮਾਰੀ ਅਤੇ ਮੈਂ ਬੇਹੋਸ਼ ਹੋ ਗਿਆ। ਜਦੋਂ ਮੇਰੀ ਅੱਖ ਖੁੱਲ੍ਹੀ ਤਾਂ ਕਈ ਘੰਟੇ ਗੁਜ਼ਰ ਚੁੱਕੇ ਸਨ, ਪਰ ਮੇਰੀ ਖੁਸ਼ਕਿਸਮਤੀ ਸੀ ਕਿ ਮੈਂ ਆਪਣੇ ਸਾਹਮਣੇ ਉਸੇ ਸਿਕਿਉਰਿਟੀ ਗਾਰਡ ਨੂੰ ਵੇਖਿਆ ਜਿਸ ਨਾਲ ਕੁਝ ਦੇਰ ਪਹਿਲਾਂ ਹੀ ਮੇਰੀ ਮੁਲਾਕਾਤ ਹੋਈ ਸੀ। ਮੈਂ ਉਸ ਨੂੰ ਪੁੱਛਿਆ ਕਿ ਮੈਂ ਕਿੱਥੇ ਹਾਂ। ਉਸਨੇ ਬਹੁਤ ਮੁਸ਼ਕਿਲ ਨਾਲ ਦੱਸਿਆ ਕਿ ਮੈਂ ਹੋਟਲ ਦੇ ਤਹਿਖਾਨੇ ਵਿੱਚ ਕੈਦ ਹਾਂ, ਜਿੱਥੇ ਆਉਂਦੇ ਹੋਏ ਮੈਂ ਸਿਕਿਉਰਿਟੀ ਦੀ ਨਜ਼ਰ ਵਿੱਚ ਆ ਗਿਆ ਸੀ। ਪਰ ਉਸ ਸਿਕਿਉਰਿਟੀ ਗਾਰਡ ਨੇ ਪਤਾ ਨਹੀਂ ਕਿਵੇਂ ਸਿਕਿਉਰਿਟੀ ਨਾਲ ਗੱਲਬਾਤ ਕਰਕੇ ਮੇਰੇ ਤੱਕ ਪਹੁੰਚ ਕੀਤੀ, ਮੈਨੂੰ ਬਚਾਇਆ, ਮੇਰਾ ਖਿਆਲ ਰੱਖਿਆ ਅਤੇ ਮੈਨੂੰ ਹੋਸ਼ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ। ਮੈਂ ਉਸ ਦਾ ਸ਼ੁਕਰਗੁਜ਼ਾਰ ਸੀ, ਪਰ ਉਸ ਦੀ ਪਰੇਸ਼ਾਨੀ ਮੈਨੂੰ ਸਾਫ਼ ਨਜ਼ਰ ਆ ਰਹੀ ਸੀ। ਉਸਨੇ ਮੈਨੂੰ ਕਿਹਾ, ਪੁੱਤਰ ਜਲਦੀ ਕਰ, ਤੈਨੂੰ ਇੱਥੋਂ ਜਲਦੀ ਜਾਣਾ ਹੋਵੇਗਾ, ਕਿਉਂਕਿ ਮੈਂ ਇੱਥੇ ਬੜੀ ਮੁਸ਼ਕਿਲ ਨਾਲ ਆਇਆ ਹਾਂ। ਨਾ ਸਿਰਫ ਮੇਰੀ ਨੌਕਰੀ ਬਲਕਿ ਮੇਰੀ ਜਾਨ ਨੂੰ ਵੀ ਖਤਰਾ ਹੈ। ਪੁੱਤਰ ਤੂੰ ਆਪਣੀ ਭੈਣ ਦੇ ਪਿੱਛੇ ਇੱਥੇ ਤੱਕ ਆਇਆ ਹੈ, ਇਸ ਲਈ ਮੈਂ ਤੇਰੀ ਮਦਦ ਕੀਤੀ ਹੈ। ਇੱਥੇ ਆਉਣ ਵਾਲੀਆਂ ਕੁੜੀਆਂ ਨੂੰ ਚੰਗੀਆਂ ਕੁੜੀਆਂ ਸਮਝਣ ਦੀ ਗਲਤੀ ਨਾ ਕਰੀ। ਮੈਂ ਇਸ ਖੇਲ ਤੋਂ ਵਾਕਿਫ ਸੀ, ਪਰ ਮੈਂ ਇਹ ਨਹੀਂ ਜਾਣਦਾ ਸੀ ਕਿ ਇੱਥੇ ਕੋਈ ਤਹਿਖਾਨਾ ਵੀ ਬਣਿਆ ਹੋਇਆ ਹੈ ਜਿੱਥੇ ਇਹਨਾਂ ਸਭ ਕੁੜੀਆਂ ਨੂੰ ਕੈਦ ਕੀਤਾ ਗਿਆ ਹੈ ਅਤੇ ਇਸ ਹੋਟਲ ਦਾ ਮਾਲਕ ਇਹਨਾਂ ਨੂੰ ਆਪਣੇ ਮਕਸਦ ਲਈ ਇਸਤੇਮਾਲ ਕਰਦਾ ਹੈ। ਮੈਂ ਤਾਂ ਤੇਰੀ ਭੈਣ ਨੂੰ ਪਛਾਣਦਾ ਵੀ ਨਹੀਂ ਹਾਂ। ਤੈਨੂੰ ਆਪ ਉਹਨਾਂ ਕੁੜੀਆਂ ਵਿੱਚੋਂ ਆਪਣੀ ਭੈਣ ਦੀ ਤਲਾਸ਼ ਕਰਨੀ ਹੋਵੇਗੀ। ਇਸ ਤੋਂ ਬਾਅਦ ਮੈਂ ਤੈਨੂੰ ਇੱਕ ਰਸਤਾ ਦੱਸਾਂਗਾ ਜਿਸ ਵਿੱਚੋਂ ਹੁੰਦੇ ਹੋਏ ਤੂੰ ਇਸ ਤਹਿਖਾਨੇ ਵਿੱਚੋਂ ਬਾਹਰ ਨਿਕਲ ਜਾਵੇਂਗਾ। ਪਰ ਧਿਆਨ ਰਹੇ, ਕੋਈ ਚਲਾਕੀ ਕਰਨ ਦੀ ਕੋਸ਼ਿਸ਼ ਨਾ ਕਰੀਂ। ਸਿਰਫ ਆਪਣੀ ਭੈਣ ਨੂੰ ਇੱਥੋਂ ਲੈ ਕੇ ਜਾਈਂ। ਕਿਸੇ ਨਾਲ ਫालतू ਗੱਲ ਨਾ ਕਰੀਂ ਅਤੇ ਨਾ ਹੀ ਇੱਥੋਂ ਕੋਈ ਚੀਜ਼ ਚੁੱਕੀ। ਮੈਂ ਤੇਰੇ ਲਈ ਸਭ ਇੰਤਜ਼ਾਮ ਕਰ ਦੇਵਾਂਗਾ। ਉਸਨੇ ਕਿਹਾ, ਜਲਦੀ ਤੋਂ ਜਲਦੀ ਜਾ ਕੇ ਆਪਣੀ ਭੈਣ ਨੂੰ ਲੱਭ। ਮੈਂ ਉੱਥੋਂ ਉੱਠ ਕੇ ਦੂਜੇ ਕਮਰੇ ਵਿੱਚ ਆ ਗਿਆ ਜੋ ਖੁੱਲ੍ਹੇ ਵੱਡੇ ਹਾਲ ਵਰਗਾ ਸੀ। ਮੇਰੀ ਨਜ਼ਰ ਉਸ ਕੁੜੀ 'ਤੇ ਪਈ ਜੋ ਮਾਸੂਮ ਜਿਹਾ ਚਿਹਰਾ ਬਣਾਏ ਉਹਨਾਂ ਸਭ ਕੁੜੀਆਂ ਤੋਂ ਅਲੱਗ ਹੀ ਨਜ਼ਰ ਆ ਰਹੀ ਸੀ। ਮੈਂ ਆਪਣੀ ਭੈਣ ਨੂੰ ਲੱਭਣਾ ਸੀ, ਪਰ ਮੈਨੂੰ ਇਸ ਦੀ ਜ਼ਰੂਰਤ ਨਹੀਂ ਪਈ। ਮੇਰੀ ਭੈਣ ਕਿਸੇ ਅੰਦਰ ਵਾਲੇ ਕਮਰੇ ਵਿੱਚੋਂ ਭੱਜਦੀ ਹੋਈ ਆਈ ਅਤੇ ਮੈਨੂੰ ਲਿਪਟ ਕੇ ਰੋਣ ਲੱਗੀ। ਆਪਣੀ ਭੈਣ ਦੀ ਅਜਿਹੀ ਹਾਲਤ ਦੇਖ ਕੇ ਮੇਰਾ ਸਿਰ ਸ਼ਰਮ ਨਾਲ ਝੁਕ ਗਿਆ ਅਤੇ ਬਿਨਾਂ ਕੋਈ ਗੱਲਬਾਤ ਕੀਤੇ ਮੈਂ ਉਸ ਨੂੰ ਬਾਹਰ ਲੈ ਆਇਆ ਅਤੇ ਸਿਕਿਉਰਿਟੀ ਗਾਰਡ ਦੇ ਦੱਸੇ ਹੋਏ ਰਸਤੇ ਵਿੱਚੋਂ ਆਪਣੀ ਭੈਣ ਨੂੰ ਲੈ ਕੇ ਬਾਹਰ ਨਿਕਲ ਗਿਆ। ਮੈਨੂੰ ਉਸ ਕੁੜੀ ਦਾ ਖਿਆਲ ਹਲੇ ਵੀ ਸਤਾ ਰਿਹਾ ਸੀ। ਮੈਂ ਉਸ ਨੂੰ ਵੀ ਇਸ ਨਰਕ ਵਿੱਚੋਂ ਕੱਢਣਾ ਚਾਹੁੰਦਾ ਸੀ। ਸੱਚ ਪੁੱਛੋ ਤਾਂ ਮੇਰੀ ਪਹਿਲੀ ਨਜ਼ਰ ਉਸ ਉੱਤੇ ਹੀ ਪਈ ਸੀ, ਪਰ ਮੈਨੂੰ ਆਪਣੀ ਭੈਣ ਦੀ ਇੱਜ਼ਤ ਪਿਆਰੀ ਸੀ। ਇਸ ਲਈ ਸਭ ਤੋਂ ਪਹਿਲਾਂ ਮੈਂ ਆਪਣੀ ਭੈਣ ਨੂੰ ਹੀ ਉੱਥੋਂ ਬਾਹਰ ਲੈ ਕੇ ਆਇਆ। ਮੇਰੀ ਭੈਣ ਮੇਰੇ ਤੋਂ ਮਾफ़ੀ ਮੰਗਣ ਲੱਗੀ। ਮੈਂ ਉਸ ਦੀ ਕਿਸੇ ਗੱਲ ਉੱਪਰ ਜ਼ਿਆਦਾ ਧਿਆਨ ਨਾ ਦਿੱਤਾ, ਬਸ ਉਸ ਨੂੰ ਫਟਾਫਟ ਗੱਡੀ ਵਿੱਚ ਬਿਠਾਇਆ ਅਤੇ ਉਸ ਨੂੰ ਘਰ ਲੈ ਆਇਆ। ਘਰ ਪਹੁੰਚ ਕੇ ਮੈਂ ਘਸੀਟਦੇ ਹੋਏ ਉਸ ਨੂੰ ਗੱਡੀ ਵਿੱਚੋਂ ਬਾਹਰ ਕੱਢਿਆ ਅਤੇ ਮਾਂ-ਬਾਪ ਦੇ ਸਾਹਮਣੇ ਕਿਸੇ ਮੁਜਰਮ ਦੀ ਤਰ੍ਹਾਂ ਪੇਸ਼ ਕੀਤਾ। ਉਹ ਵੀ ਡਰਦੇ ਮਾਰੇ ਕੰਬ ਰਹੀ ਸੀ। ਉਸਨੇ ਦੱਸਿਆ ਕਿ ਉਹ ਉੱਥੇ ਕਿਸੇ ਨੂੰ ਮਿਲਣ ਨਹੀਂ,
ਬਲਕਿ ਨੌਕਰੀ ਦੀ ਤਲਾਸ਼ ਵਿੱਚ ਗਈ ਸੀ, ਜਿਸ ਦੇ ਬਾਰੇ ਵਿੱਚ ਦੱਸਿਆ ਜਾ ਰਿਹਾ ਸੀ ਕਿ ਤਨਖਾਹ ਬਹੁਤ ਜ਼ਿਆਦਾ ਹੈ। ਮੇਰੀ ਭੈਣ ਮੇਰੀ ਮਦਦ ਕਰਨਾ ਚਾਹੁੰਦੀ ਸੀ, ਮੇਰਾ ਬੋਝ ਘੱਟ ਕਰਨਾ ਚਾਹੁੰਦੀ ਸੀ। ਇਸ ਕਰਕੇ ਉਸਨੇ ਇਹ ਕਦਮ ਚੁੱਕਿਆ। ਉਸਨੂੰ ਪਤਾ ਸੀ ਕਿ ਮੈਂ ਇਸ ਹੋਟਲ ਵਿੱਚ ਪਹਿਲਾਂ ਤੋਂ ਹੀ ਨੌਕਰੀ ਕਰਦਾ ਹਾਂ, ਇਸ ਲਈ ਉਸਨੂੰ ਇੱਥੋਂ ਦੇ ਲੋਕਾਂ 'ਤੇ ਭਰੋਸਾ ਸੀ, ਕਿਉਂਕਿ ਮੈਂ ਘਰ ਵਿੱਚ ਆਪਣੇ ਬੌਸ ਅਤੇ ਮੈਨੇਜਮੈਂਟ ਦੀ ਹਮੇਸ਼ਾ ਤਾਰੀਫ ਕਰਿਆ ਕਰਦਾ ਸੀ। ਉਹ ਮੈਨੂੰ ਬਿਨਾਂ ਦੱਸੇ ਆਪਣੀ ਨੌਕਰੀ ਦਾ ਸਰਪ੍ਰਾਈਜ਼ ਦੇਣਾ ਚਾਹੁੰਦੀ ਸੀ, ਪਰ ਮੇਰੀ ਭੈਣ ਨੂੰ ਸ਼ਾਇਦ ਇਸ ਜ਼ਾਲਿਮ ਜ਼ਮਾਨੇ ਦਾ ਨਹੀਂ ਪਤਾ ਸੀ। ਇਹ ਜ਼ਰੂਰੀ ਨਹੀਂ ਹੈ ਕਿ ਹਰ ਚੰਗਾ ਦਿਖਣ ਵਾਲਾ ਇਨਸਾਨ ਅੰਦਰ ਤੋਂ ਵੀ ਚੰਗਾ ਹੀ ਹੋਵੇ। ਉਸਦੇ ਕਈ ਰੰਗ ਹੋ ਸਕਦੇ ਹਨ। ਅਸੀਂ ਸਭ ਸ਼ੁਕਰਗੁਜ਼ਾਰ ਸੀ ਕਿ ਮੇਰੀ ਭੈਣ ਇੱਕ ਬੜੇ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਚ ਗਈ ਸੀ। ਮੈਂ ਕੁਲਦੀਪ ਅਤੇ ਉਸਦੇ ਦੋਸਤ ਅਤੇ ਸਿਕਿਉਰਿਟੀ ਗਾਰਡ ਨੂੰ ਦੁਬਾਰਾ ਗੱਲ ਕੀਤੀ ਅਤੇ ਇਸ ਖੂਫੀਆ ਤਹਿਖਾਨੇ ਨੂੰ ਪੁਲਿਸ ਦੀ ਮਦਦ ਨਾਲ ਉਹਨਾਂ ਗੁਨਾਹਾਂ ਅਤੇ ਬੁਰਾਈਆਂ ਦਾ ਅੱਡਾ ਬਣਨ ਤੋਂ ਰੋਕਿਆ ਜਾਵੇ ਜੋ ਨਾ ਨਿਕਲਣ ਵਾਲੀ ਦਲਦਲ ਦੀ ਤਰ੍ਹਾਂ ਹੁੰਦੀਆਂ ਹਨ। ਪਰ ਉਹ ਸਭ ਮੈਨੂੰ ਇਹ ਕਹਿ ਕੇ ਚੁੱਪ ਕਰਵਾ ਦਿੰਦੇ ਕਿ ਇਸ ਦੇਸ਼ ਦਾ ਇਨਸਾਫ ਵੀ ਵਿਕਿਆ ਹੋਇਆ ਹੈ। ਜੇਕਰ ਤੂੰ ਇਹ ਕੋਸ਼ਿਸ਼ ਕਰੇਂਗਾ ਤਾਂ ਆਪਣੀ ਜਾਨ ਤੋਂ ਵੀ ਜਾਵੇਂਗਾ। ਜੋ ਹੋਇਆ ਉਸਨੂੰ ਭੁੱਲ ਜਾ। ਪਰ ਮੈਂ ਅੱਜ ਤੱਕ ਉਸ ਕੁੜੀ ਦਾ ਚਿਹਰਾ ਨਹੀਂ ਭੁੱਲ ਸਕਿਆ, ਜਿਸ ਨੂੰ ਮੈਂ ਪਹਿਲੇ ਦਿਨ ਉਸ ਹੋਟਲ ਦੇ ਦਰਵਾਜ਼ੇ ਵਿੱਚੋਂ ਅੰਦਰ ਆਉਂਦੇ ਦੇਖਿਆ ਸੀ। ਮੈਂ ਆਪਣੀ ਭੈਣ ਦੀ ਇੱਜ਼ਤ ਬਚਾਉਣ ਵਿੱਚ ਤਾਂ ਕਾਮਯਾਬ ਹੋ ਗਿਆ, ਪਰ ਆਪਣਾ ਪਿਆਰ ਹਾਰ ਕੇ ਹਮੇਸ਼ਾ ਦੇ ਲਈ ਖੁਦ ਨੂੰ ਹਾਰਿਆ ਹੋਇਆ ਮਹਿਸੂਸ ਕਰ ਰਿਹਾ ਹਾਂ ਅਤੇ ਅੱਜ ਵੀ ਮੈਂ ਆਪਣੇ ਆਪ ਨੂੰ ਉਸ ਕੁੜੀ ਦਾ ਗੁਨਾਹਗਾਰ ਸਮਝਦਾ ਹਾਂ। ਤਾਂ ਦੋਸਤੋ, ਇਹ ਸੀ ਸਾਡੀ ਅੱਜ ਦੀ ਕਹਾਣੀ। ਉਮੀਦ ਕਰਦਾ ਹਾਂ ਤੁਹਾਨੂੰ ਪਸੰਦ ਆਈ ਹੋਵੇਗੀ। ਤੁਹਾਡਾ ਕੀ ਕਹਿਣਾ ਹੈ ਇਸ ਕਹਾਣੀ ਬਾਰੇ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ। ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਤੇ ਨਾਲ ਹੀ ਘੰਟੀ ਨੂੰ ਦਬਾ ਕੇ ਆਲ ਤੇ ਸੈੱਟ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਤੁਹਾਨੂੰ ਤੁਰੰਤ ਮਿਲ ਜਾਵੇ। ਮੈਨੂੰ ਦਿਓ ਅਗਲੀ ਵੀਡੀਓ ਤੱਕ ਇਜਾਜ਼ਤ। ਤਦ ਤੱਕ ਲਈ ਧੰਨਵਾਦ।